ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਦੋਂ ਵੀ ਆਪਾਂ ਗੁਰਬਾਣੀ ਨੂੰ ਪੜ੍ਹੀਏ ਜਾਂ ਗੁਰਬਾਣੀ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਤੇ ਗੁਰਮੁਖੋ ਥਾਂ ਥਾਂ 'ਤੇ ਵਾਰ-ਵਾਰ ਸਾਨੂੰ ਗੁਰੂ ਸਾਹਿਬ ਇੱਕੋ ਹੀ ਗੱਲ ਦਾ ਫਰਮਾਨ ਕਰਦੇ ਨੇ, ਇੱਕੋ ਹੀ ਗੱਲ ਸਾਨੂੰ ਵਾਰ-ਵਾਰ ਗੁਰਬਾਣੀ ਦੇ ਵਿੱਚ ਦੱਸਣ 'ਤੇ ਜ਼ੋਰ ਦਿੰਦੇ ਨੇ ਕਿ ਸਾਡੇ ਉਹ ਗੱਲ ਸਾਡੀ ਸਮਝ ਦੇ ਵਿੱਚ ਆ ਸਕੇ ਜਾਂ ਸਾਡੇ ਉਹ ਸਮਝ ਪੈ ਸਕੇ ਵੀ ਜੋ ਸਾਨੂੰ ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਨੇ। ਮਹਾਰਾਜ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ? ਮਹਾਰਾਜ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਜਿੰਨਾ ਚਿਰ ਤੁਸੀਂ ਉਸ ਪਰਮਾਤਮਾ ਦੇ ਨਾਲ ਆਪਣਾ ਮਿਲਾਪ ਨਹੀਂ ਕਰ ਸਕਦੇ, ਉਹਨਾਂ ਚਿਰ ਤੁਹਾਨੂੰ ਜਿਹੜਾ ਹੈ ਇੱਥੇ ਜਨਮ ਜਿਹੜਾ ਹੈ ਵਾਰ-ਵਾਰ ਇਸ ਸੰਸਾਰ ਦੇ ਉੱਪਰ ਤੁਹਾਨੂੰ ਲੈਣਾ ਪਵੇਗਾ। ਤੇ ਗੁਰਮੁਖੋ, ਜਿੰਨਾ ਚਿਰ ਆਪਾਂ ਇਸ ਧਰਤੀ ਦੇ ਉੱਪਰ ਬਾਰ-ਬਾਰ ਆਉਂਦੇ ਰਵਾਂਗੇ ਤੇ ਫਿਰ ਗੁਰਮੁਖੋ ਸਾਨੂੰ 84 ਲੱਖ ਜੂਨਾਂ ਦੇ ਵਿੱਚੋਂ ਆਪਾਂ ਨੂੰ ਲੰਘਣਾ ਪਏਗਾ, ਸਾਰੇ 84 ਲੱਖ ਜੂਨਾਂ ਦੇ ਵਿੱਚੋਂ ਵੀ। ਤੇ ਜਿਵੇਂ ਹੁਣ ਮਹਾਰਾਜ ਸਾਨੂੰ ਇਹ ਸਮਝਾਉਂਦੇ ਨੇ ਕਿ ਤੁਸੀਂ 84 ਲੱਖ ਜੂਨਾਂ ਲੰਘ ਕੇ ਆਏ ਹੋ, ਹੁਣ ਤੁਹਾਨੂੰ ਮਨੁੱਖਾ ਦੇਹ ਮਿਲੀ ਹੈ ਤੇ ਤੁਹਾਡਾ ਪਹਿਲਾ ਫਰਜ਼ ਇਹ ਬਣਦਾ ਹੈ ਕਿ ਤੁਸੀਂ ਪਰਮਾਤਮਾ ਨੂੰ ਮਿਲੋ, ਉਸ ਪਰਮਾਤਮਾ ਨੂੰ ਮਿਲੋ ਜਿਸ ਪਰਮਾਤਮਾ ਤੋਂ ਤੁਸੀਂ ਵਿਛੜ ਕੇ ਆਏ ਹੋ। ਤੇ ਗੁਰਮੁਖੋ, ਗੁਰਬਾਣੀ ਸਾਨੂੰ ਬਾਰ-ਬਾਰ ਇਹੋ ਕਹਿ ਰਹੀ ਹੈ ਕਿ ਤੁਸੀਂ ਉਸ ਮਾਲਕ ਨੂੰ ਮਿਲਣ ਤੋਂ ਬਗੈਰ ਜਿਹੜਾ ਹੈ ਉਹ ਤੁਹਾਡਾ ਜਨਮ ਬਿਰਥਾ ਜਾਏਗਾ। ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨੇ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਹਾਰਾਜ ਕਹਿੰਦੇ ਵੀ ਤੇਰੇ ਕੋਲ ਹੁਣ ਮਨੁੱਖਾ ਦੇਹੀ ਵੀ ਹੈ, ਤੇਰੇ ਕੋਲ ਸਵਾਸਾਂ ਰੂਪੀ ਧਨ ਵੀ ਹੈ। ਤੇ ਗੁਰਮੁਖੋ, ਮਹਾਰਾਜ ਕਹਿੰਦੇ ਕਿ ਇਹੋ ਤੇਰੀ ਬਾਰੀ ਹੈ। ਹੁਣ ਜਿਵੇਂ ਗੁਰਬਾਣੀ ਵਿੱਚ ਇੱਕ ਜਗ੍ਹਾ ਹੋਰ ਵੀ ਕਹਿੰਦੇ ਹੈ ਕਿ ਇਹੋ ਤੇਰੀ ਅਵਸਰ, ਇਹੋ ਤੇਰੀ ਬਾਰ, ਘਟ ਭੀਤਰ ਤੂੰ ਵੇਖ ਵਿਚਾਰ। ਮਹਾਰਾਜ ਕਹਿੰਦੇ ਕਿ ਇਹ ਤੇਰੀ ਬਾਰੀ ਹੈ ਹੁਣ, ਤੇ ਇਹੋ ਹੀ ਤੈਨੂੰ ਅਵਸਰ ਮਿਲਿਆ ਹੈ ਵੀ ਤੂੰ ਆਪਣੇ ਘਟ ਮਤਲਬ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਕਿ ਮੈਂ ਕੀ ਕਰਨ ਵਾਸਤੇ ਆਇਆ ਇਸ ਸੰਸਾਰ ਦੇ ਵਿੱਚ। ਤੇ ਗੁਰਮੁਖੋ, ਅਸੀਂ ਇਹ ਸਾਰਾ ਕੁਝ ਛੱਡ ਕੇ ਤੇ ਅਸੀਂ ਹੋਰ ਹੀ ਦੂਜਿਆਂ ਕੰਮਾਂ ਦੇ ਵਿੱਚ ਰੁੱਝੇ ਫਿਰਦੇ ਹਾਂ। ਹਰ ਇੱਕ ਬੰਦਾ ਇਹ ਸੋਚਦਾ ਹੈ ਕਿ ਮੈਂ ਉਹਦੇ ਨਾਲੋਂ ਅੱਗੇ ਲੰਘ ਜਾ, ਮੇਰੀ ਜਾਇਦਾਦ ਉਹਦੇ ਨਾਲੋਂ ਵੱਧ ਹੋ ਜਾਏ। ਲੇਕਿਨ ਆਪਾਂ ਉਹ ਆਪਣਾ ਪਿਛੋਕੜ ਭੁੱਲ ਚੁੱਕੇ ਹਾਂ ਜੋ ਸਾਨੂੰ ਗੁਰਬਾਣੀ ਗੁਰੂ ਵਾਰ-ਵਾਰ ਸਮਝਾਉਣਾ ਚਾਹੁੰਦੇ ਨੇ ਕਿ ਤੁਸੀਂ ਇਸ ਸੰਸਾਰ ਦੇ ਉੱਪਰ ਆਏ ਸੀ ਉਹ ਪਰਮਾਤਮਾ ਨੂੰ ਮਿਲਣ ਵਾਸਤੇ, ਤੇ ਤੁਸੀਂ ਉਸ ਪਰਮਾਤਮਾ ਨੂੰ ਮਿਲਣ ਦੀ ਬਜਾਏ ਤੁਸੀਂ ਉਸ ਤੋਂ ਭੁੱਲਦੇ ਜਾ ਰਹੇ ਹੋ। ਗੁਰਮੁਖੋ, ਜਿਵੇਂ ਆਪਾਂ ਦੇਖੀਏ ਹੁਣ ਆਪਣੇ ਜੀਵਨ ਦੇ ਵਿੱਚ ਝਾਤ ਮਾਰ ਕੇ ਦੇਖੀਏ ਕਿ ਅਸੀਂ ਉਸ ਮਾਲਕ ਦੇ ਕਿੰਨਾ ਕੁ ਨੇੜੇ ਹਾਂ ਜਾਂ ਉਸ ਮਾਲਕ ਨੂੰ ਅਸੀਂ ਕਿੰਨਾ ਕੁ ਯਾਦ ਕਰਦੇ ਹਾਂ। ਤੇ ਗੁਰਮੁਖੋ, ਇਹੋ ਹੀ ਵਿਚਾਰ ਸਾਨੂੰ ਗੁਰਬਾਣੀ ਵਾਰ-ਵਾਰ ਦੱਸ ਰਹੀ ਹੈ ਕਿ ਜਿੰਨਾ ਚਿਰ ਤੁਸੀਂ ਉਸ ਪਰਮਾਤਮਾ ਨੂੰ ਨਹੀਂ ਮਿਲਦੇ, ਉਸ ਪਰਮਾਤਮਾ ਦਾ ਭਜਨ ਸਿਮਰਨ ਨਹੀਂ ਕਰਦੇ, ਓਨਾ ਚਿਰ ਤੁਸੀਂ ਪਰਮਾਤਮਾ ਨੂੰ ਮਿਲ ਨਹੀਂ ਸਕਦੇ। ਤੇ ਜਿੰਨਾ ਚਿਰ ਤੁਸੀਂ ਪਰਮਾਤਮਾ ਨੂੰ ਨਹੀਂ ਮਿਲਦੇ ਤੇ ਓਨਾ ਚਿਰ ਗੁਰਮੁਖੋ ਅਸੀਂ ਇਸ ਸੰਸਾਰ ਦੇ ਉੱਪਰ ਵਾਰ-ਵਾਰ ਆਉਂਦੇ ਰਹਾਂਗੇ। ਮਹਾਰਾਜ ਗੁਰਬਾਣੀ ਵਿੱਚ ਕੀ ਕਹਿੰਦੇ ਨੇ? ਮਹਾਰਾਜ ਗੁਰਬਾਣੀ ਵਿੱਚ ਵੀ ਆਪਾਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਮਹਾਰਾਜ ਕਹਿੰਦੇ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰੂ ਮੁਕਤ ਨਾ ਪਾਵੇ। ਵੀ ਜੇ ਕੋਈ ਗੁਰੂ ਤੋਂ ਬੇਮੁਖ ਹੋ ਜਾਂਦਾ, ਜਿਹੜਾ ਗੁਰੂ ਨੂੰ ਨਹੀਂ ਮੰਨਦਾ, ਪਹਿਲੀ ਗੱਲ ਆਪਾਂ ਇਹ ਸਮਝੀਏ ਕਿ ਬਹੁਤ ਸਾਰੇ ਜੀਵ ਇਹੋ ਜਿਹੇ ਨੇ ਜਿਨ੍ਹਾਂ ਨੇ ਅੱਜ ਤੱਕ ਆਪਣੇ ਜੀਵਨ ਦੇ ਅੰਦਰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਗੁਰੂ ਨਹੀਂ ਧਾਰਨ ਕੀਤਾ। ਤੇ ਗੁਰਮੁਖੋ, ਉਹ ਜੀਵ ਜਿਹੜੇ ਹੈ ਉਹ ਗੁਰੂ ਤੋਂ ਬੇਮੁਖ ਹੈ। ਤੇ ਸਮਝੋ ਵੀ ਉਹਨਾਂ ਦੇ ਜੀਵਨ ਦੇ ਵਿੱਚ ਪਹਿਲੀ ਗੱਲ ਤੇ ਕੋਈ ਗੁਰੂ ਨਹੀਂ ਹੈ। ਤੇ ਜੇ ਕਿਸੇ ਨੂੰ ਜਿਹਦੀ ਜ਼ਿੰਦਗੀ ਦੇ ਵਿੱਚ ਗੁਰੂ ਨਹੀਂ ਹੈ, ਸਮਝੋ ਉਹ ਇਨਸਾਨ ਜਿਹੜਾ ਹੈ ਉਹ ਮਨਮੁਖ ਹੈ। ਯਾਨੀ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਇਨਸਾਨ ਆਪਣੇ ਮਨ ਦੇ ਪਿੱਛੇ ਲੱਗਿਆ ਹੋਇਆ ਹੈ, ਕਿਉਂਕਿ ਉਸ ਦਾ ਮਨ ਜਿਹੜਾ ਹੈ ਉਹਨੂੰ ਇਹ ਕੰਮ ਕਰਨ ਨਹੀਂ ਦੇ ਰਿਹਾ ਕਿ ਕਿਉਂਕਿ ਗੁਰਮੁਖੋ ਆਪਾਂ ਨੂੰ ਆਪ ਸਮਝ ਨਹੀਂ ਲੱਗਣੀ। ਕਿਉਂਕਿ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਹੈ ਕਿ ਮਨ ਕੀ ਮਤ ਤਿਆਗੋ ਹਰ ਜਨ,
ਵੀ ਆਪਣੇ ਮਨ ਦੀ ਮੱਤ ਨੂੰ ਤਿਆਗ ਦੇ, ਆਪਣੇ ਮਨ ਦੀ ਮੱਤ ਨੂੰ ਛੱਡ ਦੇ, ਤੂੰ ਮਨ ਮਤ ਨਾ ਕਰ। ਤੇ ਮਹਾਰਾਜ ਕਹਿੰਦੇ ਵੀ ਜੇ ਤੈਨੂੰ ਨਹੀਂ ਸਮਝ ਲੱਗਦੀ ਤੇ ਫਿਰ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਵੀ ਜੇ ਤੈਨੂੰ ਆਪ ਸਮਝ ਨਹੀਂ ਲੱਗਦੀ, ਤੂੰ ਗੁਰੂ ਦੀ ਮਤ ਲੈ। ਗੁਰੂ ਕੋ ਪੁੱਛ ਕਿ ਮਹਾਰਾਜ ਆਪਾਂ ਉਸ ਮਾਲਕ ਨੂੰ ਕਿਵੇਂ ਮਿਲਣਾ ਹੈ, ਉਸ ਮਾਲਕ ਤੱਕ ਕਿਵੇਂ ਪਹੁੰਚੀਏ। ਲੇਕਿਨ ਸਾਡਾ ਮਨ ਜਿਹੜਾ ਹੈ ਗੁਰਮੁਖੋ, ਨਾ ਆਪਣੀ ਮਤ ਦੇ ਨਾਲ ਪਰਮਾਤਮਾ ਨੂੰ ਮਿਲਦਾ ਹੈ, ਨਾ ਇਹ ਗੁਰੂ ਦੀ ਮਤ ਲੈਂਦਾ ਹੈ। ਗੁਰੂ ਦੀ ਮਤ ਤਾਂ ਲਏਗਾ ਜੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਕਰੇਗਾ। ਇਸ ਕਰਕੇ ਗੁਰਮੁਖੋ, ਆਪਾਂ ਬਹੁਤ ਸਾਰੇ ਜੀਵ ਜਿਹੜੇ ਹੈ ਉਹ ਗੁਰੂ ਤੋਂ ਮਤਲਬ ਗੁਰੂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਹੈ। ਇਸ ਕਰਕੇ ਵੀ ਅਸੀਂ ਉਸ ਪਰਮਾਤਮਾ ਤੋਂ ਦੂਰ ਜਿਹੜੇ ਦਿਨ ਸੋ ਦਿਨ ਹੁੰਦੇ ਜਾ ਰਹੇ ਹਾਂ, ਕਿਉਂਕਿ ਆਪਾਂ ਨੂੰ ਗੁਰੂ ਦੀ ਸਿੱਖਿਆ ਨਹੀਂ ਮਿਲ ਰਹੀ। ਤੇ ਜਿਨ੍ਹਾਂ ਜੀਵਾਂ ਨੇ ਗੁਰੂ ਵੀ ਧਾਰਨ ਕੀਤਾ ਹੋਇਆ ਹੈ, ਉਹ ਵੀ ਆਪਣੀ ਮਨ ਦੀ ਮੱਤ ਦੇ ਪਿੱਛੇ ਲੱਗੇ ਹੋਏ ਨੇ, ਉਹ ਵੀ ਗੁਰੂ ਦੀ ਮੱਤ ਨਹੀਂ ਲੈਂਦੇ। ਗੁਰਮੁਖੋ, ਇਹ ਗੱਲ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਖਾਲੀ ਅੰਮ੍ਰਿਤ ਛਕਣ ਦੇ ਨਾਲ ਜਾਂ ਹੋਰ ਕੋਈ ਇਹੋ ਜਿਹਾ ਕੰਮ ਕਰਨ ਦੇ ਨਾਲ ਵੀ ਗੁਰੂ ਆਪਾਂ ਸੋਚੀਏ ਕਿ ਅਸੀਂ ਗੁਰੂ ਧਾਰਨ ਕਰ ਲਿਆ, ਤੇ ਜਾਂ ਆਪਾਂ ਕਿਤੋਂ ਨਾਮ ਲੈ ਲੈਂਦੇ ਹਾਂ, ਜਿਵੇਂ ਆਪਾਂ ਇਹ ਸੋਚਦੇ ਹਾਂ ਕਿ ਅਸੀਂ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਕਰ ਲਿਆ ਤੇ ਆਪਣਾ ਜੀਵਨ ਜਿਹੜਾ ਸਫਲ ਹੋ ਗਿਆ। ਨਹੀਂ ਗੁਰਮੁਖੋ, ਇਹ ਤੇ ਸਿਰਫ ਇੱਕ ਆਪਾਂ ਜਿਵੇਂ ਸਕੂਲ ਦੇ ਵਿੱਚ ਐਡਮਿਸ਼ਨ ਲਈਦਾ ਆ, ਜਿਵੇਂ ਦਾਖਲਾ ਲਈਦਾ ਹੈ, ਇਹ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਹੈ। ਲੇਕਿਨ ਜਿੰਨਾ ਜੇਕਰ ਆਪਾਂ ਐਡਮਿਸ਼ਨ ਲੈ ਕੇ ਉਸ ਤੋਂ ਬਾਅਦ ਦੀ ਪੜ੍ਹਾਈ ਨਹੀਂ ਸ਼ੁਰੂ ਕਰਾਂਗੇ ਤੇ ਆਪਾਂ ਗੁਰਮੁਖੋ ਪਾਸ ਨਹੀਂ ਹੋ ਸਕਦੇ। ਤੇ ਆਪਣਾ ਧਰਮ ਦਾ ਰਸਤਾ ਵੀ ਇਸੇ ਤਰੀਕੇ ਦੇ ਨਾਲ ਹੈ। ਐਡਮਿਸ਼ਨ ਲੈਣੀ ਜ਼ਰੂਰੀ ਹੈ, ਲੇਕਿਨ ਐਡਮਿਸ਼ਨ ਲੈਣ ਤੋਂ ਬਾਅਦ ਦੀ ਪੜ੍ਹਾਈ ਕਰਨੀ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ, ਤਾਂ ਜੋ ਅਸੀਂ ਉਸ ਪਰਮਾਤਮਾ ਤੱਕ ਪਹੁੰਚ ਸਕੀਏ। ਬਹੁਤ ਸਾਰੇ ਜੀਵ ਐਸੇ ਹੈ ਕਿ ਜੋ ਅੰਮ੍ਰਿਤ ਛਕ ਲੈਂਦੇ ਨੇ, ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਉਹ ਮਹੀਨਾ 10 ਦਿਨ ਆਪਣਾ ਜਿਹੜਾ ਹੈ ਉਹ ਗੁਰੂ ਦੇ ਦੱਸੇ ਹੋਏ ਮਾਰਗ ਦੇ ਚੱਲਦੇ ਨੇ ਥੋੜ੍ਹਾ ਟਾਈਮ, ਉਸ ਤੋਂ ਬਾਅਦ ਫਿਰ ਸਾਰਾ ਕੁਝ ਛੱਡ ਦਿੰਦੇ ਨੇ। ਉਹ ਛੱਡਣ ਤੋਂ ਬਾਅਦ ਜਿਹੜਾ ਗੁਰਮੁਖੋ, ਫਿਰ ਉਹ ਸਾਰਾ ਕੁਝ ਪਹਿਲੇ ਦੀ ਤਰ੍ਹਾਂ ਹੋ ਜਾਂਦਾ ਕੰਮ, ਜੋ ਗੁਰੂ ਬਣਾਉਣ ਤੋਂ ਪਹਿਲੇ ਦੀ ਜ਼ਿੰਦਗੀ ਸੀ ਤੇ ਬਾਅਦ ਵਿੱਚ ਅੰਮ੍ਰਿਤ ਛਕਣ ਤੋਂ ਬਾਅਦ ਦੀ ਜਿਹੜੀ ਜ਼ਿੰਦਗੀ ਸੀ, ਉਹ ਗੁਰਮੁਖੋ ਉਹ ਤਾਂ ਗੁਰੂ ਦੇ ਮੁਤਾਬਕ ਚੱਲਣੀ ਸੀ ਜੇ ਗੁਰੂ ਦੀ ਮੱਤ ਲਈ ਹੁੰਦੀ। ਲੇਕਿਨ ਉਹ ਥੋੜ੍ਹਾ ਚਿਰ ਵਾਸਤੇ ਬਹੁਤ ਸਾਰੇ ਜੀਵ ਇਸ ਤਰ੍ਹਾਂ ਕਰਦੇ ਨੇ, ਕੋਈ ਮਹੀਨਾ 10 ਦਿਨ 15 ਕਰਕੇ ਉਹ ਉਸ ਤੋਂ ਬਾਅਦ ਫਿਰ ਜਿਹੜੇ ਹੈ ਉਹ ਫਿਰ ਪਹਿਲੇ ਵਾਲੀ ਜ਼ਿੰਦਗੀ ਦੇ ਉੱਤੇ ਆ ਜਾਂਦੇ ਨੇ। ਮਹਾਰਾਜ ਕਹਿੰਦੇ ਵੀ ਇਹ ਤੁਸੀਂ ਫਿਰ ਆਪਣੀ ਮਨ ਦੀ ਮੱਤ ਪਿੱਛੇ ਲੱਗ ਗਏ, ਆਪਣੇ ਮਨ ਦੇ ਮਗਰ ਵੀ ਲੱਗ ਗਏ ਹੋ। ਗੁਰੂ ਦੀ ਮੱਤ ਜਿਹੜੀ ਤੁਹਾਨੂੰ ਉਹ ਗੁਰੂ ਦੀ ਮੱਤ ਉਹ ਹੁੰਦੀ ਹੈ ਗੁਰਮੁਖੋ, ਜਿਹਦੇ ਨਾਲ ਆਪਣੀ ਜ਼ਿੰਦਗੀ ਬਦਲ ਜਾਏ। ਜੇ ਮੰਨ ਲਓ ਆਪਾਂ ਪਹਿਲਾਂ ਚੋਰੀ ਕਰਦੇ ਸੀ, ਗੁਰੂ ਧਾਰਨ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਵਿੱਚ ਚੋਰੀ ਦਾ ਜਿਹੜਾ ਹੈ ਉਹ ਵਰਕਾ ਸਮਝੋ ਪਾੜ ਦੇਣਾ ਚਾਹੀਦਾ। ਆਪਾਂ ਨੇ ਇਹ ਮਨ ਦੇ ਵਿੱਚ ਸੋਚਣਾ ਚਾਹੀਦਾ ਕਿ ਆਪਾਂ ਗੁਰੂ ਵਾਲੇ, ਆਪਾਂ ਚੋਰੀ ਨਹੀਂ ਕਰਨੀ, ਆਪਾਂ ਚੁਗਲੀ ਨਿੰਦਿਆ ਨਹੀਂ ਕਰਨੀ, ਆਪਣਾ ਬੇਈਮਾਨੀ ਨਹੀਂ ਕਰਨੀ ਕਿਸੇ ਦੇ ਨਾਲ। ਜੇ ਆਪਾਂ ਇਹ ਗੱਲਾਂ ਆਪਣੇ ਮਨ ਦੇ ਵਿੱਚ ਗੁਰੂ ਦੀ ਸਿੱਖਿਆ ਮੁਤਾਬਕ ਆਪਣੇ ਮਨ ਦੇ ਵਿੱਚ ਇਹ ਗੱਲਾਂ ਧਾਰਨ ਕਰਦੇ ਹਾਂ, ਫਿਰ ਆਪਾਂ ਗੁਰੂ ਦੀ ਮੱਤ ਦੇ ਨਾਲ ਚੱਲਦੇ ਹਾਂ। ਤੇ ਗੁਰਮੁਖੋ, ਜੇ ਆਪਾਂ ਗੁਰੂ ਵਾਲੇ ਬਣ ਕੇ ਵੀ ਚੁਗਲੀ ਨਿੰਦਿਆ ਚੋਰੀ ਠੱਗੀ ਕਰਦੀ ਹੈ, ਫਿਰ ਸਮਝ ਲਓ ਆਪਾਂ ਦਿਖਾਵਾ ਕਰ ਰਹੇ ਹਾਂ। ਲੇਕਿਨ ਆਪਣੇ ਦੇ ਵਿੱਚ ਐਸੀ ਕੋਈ ਗੱਲ ਨਹੀਂ ਹੈ ਕਿ ਜੋ ਆਪਾਂ ਨੂੰ ਗੁਰੂ ਜਿਹੜਾ ਹੈ ਉਹ ਸਾਡੇ 'ਤੇ ਖੁਸ਼ ਹੋ ਸਕੇ। ਕਿਉਂਕਿ ਗੁਰਮੁਖੋ, ਗੁਰੂ ਖੁਸ਼ ਤਾਂ ਹੋਏਗਾ ਜੇ ਆਪਾਂ ਗੁਰੂ ਦੇ ਦੱਸੇ ਹੋਏ ਰਸਤੇ 'ਤੇ ਤੁਰਾਂਗੇ। ਤੇ ਜਿਵੇਂ ਆਪਾਂ ਦੁਨਿਆਵੀ ਦੇਖ ਲਈਏ, ਸੰਸਾਰ ਦੇ ਤੌਰ 'ਤੇ ਦੇਖ ਲਈਏ, ਉਹ ਪਿਤਾ ਆਪਣੇ ਪੁੱਤਰ 'ਤੇ ਖੁਸ਼ ਹੁੰਦਾ ਹੈ ਜਿਹੜਾ ਪੁੱਤਰ ਆਪਣੇ ਪਿਤਾ ਦੇ ਕਹਿਣ ਦੇ ਮੁਤਾਬਕ ਚੱਲੇ। ਤੇ ਜਿਹੜਾ ਪੁੱਤਰ ਆਪਣੇ ਪਿਤਾ ਦੇ ਕਹਿਣ ਤੋਂ ਉਲਟ ਚੱਲਦਾ ਹੈ, ਉਸ ਦਾ ਪਿਤਾ ਵੀ ਜਿਹੜਾ ਹੈ ਉਸ 'ਤੇ ਜ਼ਿਆਦਾ ਖੁਸ਼ ਨਹੀਂ ਹੁੰਦਾ। ਗੁਰਮੁਖੋ, ਦੁਨੀਆ ਦੇ ਤੌਰ 'ਤੇ ਭਾਵੇਂ ਸੰਸਾਰ ਦੇ ਤੌਰ 'ਤੇ ਉਹ ਲੋਕਾਂ ਨਾਲ ਕਹਿੰਦਾ ਫਿਰੇਗਾ ਮੇਰਾ ਪੁੱਤ ਬਹੁਤ ਚੰਗਾ ਬਹੁਤ ਚੰਗਾ ਹੈ, ਲੇਕਿਨ ਉਸ ਦਾ ਮਨ ਨਹੀਂ ਮੰਨਦਾ ਕਿ ਮੇਰਾ ਪੁੱਤ ਚੰਗਾ ਹੈ, ਕਿਉਂਕਿ ਉਸਦੀ ਗੱਲ ਨਹੀਂ ਮੰਨਦਾ। ਇਸ ਕਰਕੇ ਮਹਾਰਾਜ ਨੇ ਸਾਨੂੰ ਸਪਸ਼ਟ ਕਰ ਦਿੱਤਾ ਹੈ, ਜਿੰਨੇ ਮਰਜ਼ੀ ਗੇੜੇ ਸੰਸਾਰ ਦੇ ਉੱਪਰ ਲਾਈ ਜਾਓ,
ਲੇਕਿਨ ਮਹਾਰਾਜ ਕਹਿੰਦੇ ਕਿ ਬਿਨ ਸਤਿਗੁਰੂ ਮੁਕਤ ਨਾ ਪਾਏ, ਵੀ ਸਤਿਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ, ਭਾਵੇਂ ਜਿੰਨਾ ਮਰਜ਼ੀ ਤੁਸੀਂ ਆਈ ਜਾਓ ਤੇ ਜਾਈ ਜਾਓ। ਮਹਾਰਾਜ ਕਹਿੰਦੇ ਜੇ